ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਬਰ ਪੜਤਾਲ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਮੈਂ ਹਾਂ ਗਗਨਦੀਪ ਸਿੰਘ। ਸੋ ਖਬਰ ਪੜਤਾਲ ਦੇ ਵਿੱਚ ਅੱਜ ਅਹਿਮ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ। ਲਿਖਤੀ ਸੱਦਾ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਆਇਆ। ਇਸ ਲਿਖਤੀ ਸੱਦੇ ਦੇ ਵਿੱਚ ਤਰੀਕ ਨਹੀਂ ਹੈ, ਸਮਾਂ ਨਹੀਂ ਹੈ, ਪਰ ਸਥਾਨ ਜ਼ਰੂਰ ਦੱਸ ਦਿੱਤਾ ਗਿਆ ਤੇ ਕਿਹਨਾਂ ਦੇ ਨਾਲ ਮੀਟਿੰਗ ਹੈ ਇਹ ਵੀ ਦੱਸ ਦਿੱਤਾ ਗਿਆ। ਸੋ ਇਸ ਬਿਨਾਂ ਤਰੀਕ ਵਾਲੇ ਸੱਦੇ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਆਖਿਰਕਾਰ ਕਿਸਾਨ ਹੁਣ ਕਿਹਨਾਂ ਮੱਦਾਂ ਦੇ ਉੱਤੇ ਚਰਚਾ ਕਰਨਗੇ, ਇਹ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਦਾ ਵਿਸ਼ਾ ਰਹੇਗਾ। ਤੇ ਹੋਰ ਖਾਸ ਮਸਲੇ ਨੇ ਜਿਨ੍ਹਾਂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਪਹਿਲਾਂ ਸੁਰਿੰਦਰ ਡੱਲਾ ਹੁਣਾਂ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਦੇ ਵੱਲ ਵਧਦੇ ਹਾਂ। ਡੱਲਾ ਜੀ, ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਚਿੱਠੀ ਆ ਗਈ, ਤਰੀਕ ਨਹੀਂ ਹੈ, ਸਮਾਂ ਨਹੀਂ ਹੈ। ਕਿਸ ਤਰ੍ਹਾਂ ਵੇਖ ਰਹੇ ਹੋ ਇਸ ਕਾਰਡ ਨੂੰ, ਜਿਸ ਕਾਰਡ ਦੇ ਉੱਤੇ ਸੱਦਾ ਭੇਜਿਆ ਤੁਹਾਨੂੰ ਪਰ ਸਮਾਂ ਜਾਂ ਤਰੀਕ ਨਹੀਂ ਦੱਸੀ ਗਈ? ਦੇਖੋ, ਸਰਕਾਰ ਨੇ ਵੀ ਮਿੱਠੀ ਮਿੱਠੀ ਪਹਿਲ ਸ਼ੁਰੂ ਕੀਤੀ ਹੈ ਪਹਿਲਾਂ, ਕਿਉਂਕਿ ਸਾਨੂੰ ਪਤਾ ਹੈ 5-6 ਬੈਠਕਾਂ ਹੋਈਆਂ ਨੇ ਜੀ, ਔਰ ਉਹ ਸਾਰੀਆਂ ਬੇਸਿੱਟਾ ਰਹੀਆਂ ਨੇ। ਕਿਸਾਨਾਂ ਨੇ ਤਾਂ ਆਪਣਾ ਕੰਮ ਪੂਰਾ ਕਰਤਾ, ਕਿਸਾਨਾਂ ਨੇ ਤਾਂ ਦੱਸਤਾ ਵੀ ਕੀ ਕੀ ਕਮੀਆਂ ਨੇ, ਕੀ ਕੀ ਖਾਮੀਆਂ ਨੇ, ਤੇ ਉਸ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਪੂਰੇ ਹੀ ਰੱਦ ਕੀਤੇ ਜਾਣ। ਪਰ ਸਰਕਾਰ ਨੇ ਇਹ ਜ਼ਰੂਰ ਕਿਹਾ ਕਿ ਅਸੀਂ ਸੰਸ਼ੋਧਨ ਕਰਨ ਨੂੰ ਤਿਆਰ ਹਾਂ। ਸੋ ਫੈਸਲਿਆਂ ਦਾ ਐਲਾਨ ਨਹੀਂ ਕੀਤਾ। ਮੈਨੂੰ ਲੱਗਦਾ ਜੇ ਸਰਕਾਰ ਤੁਰੰਤ ਫੈਸਲਿਆਂ ਦਾ ਐਲਾਨ ਕਰ ਦਿੰਦੀ, ਜੇ ਸਰਕਾਰ ਕਹਿ ਦਿੰਦੀ ਕਿ ਅਸੀਂ MSP ਨੂੰ ਕਾਨੂੰਨ ਬਣਾਉਣੇ ਆ, MSP ਤੇ ਸਰਕਾਰੀ ਖਰੀਦ ਜਾਰੀ ਰਹੂਗੀ, 2 ਵੱਡੇ ਫੈਸਲਿਆਂ ਦਾ ਐਲਾਨ ਵੀ ਸਰਕਾਰ ਕਰ ਦਿੰਦੀ, ਤੇ ਕਾਨੂੰਨ ਦੀਆਂ ਬਾਕੀ ਖਾਮੀਆਂ ਤੇ ਕਿਸਾਨ ਤੇ ਸਰਕਾਰ ਦੇ ਵਿੱਚ ਕੁਝ ਸਮਝੌਤੇ ਦਾ ਫਾਰਮੂਲਾ ਬਣ ਜਾਣਾ ਸੀ। ਦੇਖੋ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਕਾਨੂੰਨ ਪੂਰੇ ਕਦੀ ਮਾੜੇ ਨਹੀਂ ਹੁੰਦੇ, ਪਰ ਜ਼ਿੱਦ ਮਾੜੀ ਹੁੰਦੀ ਹੈ ਜੀ। ਹੁਣ ਸਰਕਾਰ ਨੇ ਵੀ ਜ਼ਿੱਦ ਕੀਤੀ, ਕਿਸਾਨ ਵੀ ਜ਼ਿੱਦ ਤੇ ਨੇ। ਹੁਣ ਮਸਲਾ ਲਟਕ ਗਿਆ, ਉਲਝ ਗਿਆ। ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਗਰ ਕਾਨੂੰਨ ਰੱਦ ਕਰ ਦਿੱਤੇ ਜਾਣ ਤੇ ਜ਼ਿਆਦਾ ਚੰਗੀ ਗੱਲ ਹੋਏਗੀ, ਕਿਉਂਕਿ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਘੱਟੋ ਘੱਟ ਨਵੇਂ ਕਾਨੂੰਨ ਬਣਾਉਣ ਦਾ ਰਸਤਾ ਜਿਹੜਾ ਉਹ ਮਿਲ ਜੁਲ ਕੇ ਤੈਅ ਹੋ ਸਕਦਾ ਹੈ। ਜਾਂ ਇਹ ਵੀ ਹੋ ਸਕਦਾ ਹੈ ਸਰਕਾਰ ਵਿੱਚ ਦਾ ਰਾਹ ਕੱਢ ਲੇ, ਸਰਕਾਰ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਕਾਨੂੰਨ ਵਾਪਸ ਲੈ ਲੇ ਵੀ ਅਸੀਂ 2 ਸੂਬਿਆਂ ਦੇ ਖੇਤੀ ਦੇ ਹਾਲਾਤ ਵੱਖਰੇ ਨੇ। ਔਰ ਮੈਂ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ, ਇਹ ਸਾਰੀ ਦੁਨੀਆ ਜਾਣਦੀ ਹੈ, ਕਿਸੇ 2 ਸੂਬੇ ਦੇ ਖੇਤੀ ਦੇ ਹਾਲਾਤ ਨਹੀਂ ਮਿਲ ਸਕਦੇ। ਪੰਜਾਬ ਦੇ ਹਿਮਾਚਲ ਪ੍ਰਦੇਸ਼ ਨਾਲ ਨਹੀਂ ਮਿਲਦੇ, ਹਰਿਆਣਾ ਦੇ ਜੰਮੂ ਕਸ਼ਮੀਰ ਨਾਲ ਨਹੀਂ ਮਿਲਦੇ, ਹਰਿਆਣਾ ਦੇ ਹਿਮਾਚਲ ਨਾਲ ਨਹੀਂ ਮਿਲਦੇ, ਪੰਜਾਬ ਦੇ ਹਾਲਾਤ ਜੰਮੂ ਕਸ਼ਮੀਰ ਨਾਲ ਨਹੀਂ ਮਿਲਦੇ, ਮੱਧ ਪ੍ਰਦੇਸ਼ ਨਾਲ ਨਹੀਂ ਮਿਲਦੇ ਹਾਲਾਤ ਤਾਂ ਖੇਤੀਬਾੜੀ ਦੇ। ਸਾਰੇ ਸੂਬਿਆਂ ਦੇ ਵਿੱਚ ਵੱਖਰੀ ਤਰ੍ਹਾਂ ਦੇ ਖੇਤੀ ਹਾਲਾਤ ਨੇ, ਉੱਥੇ ਵੱਖਰੀਆਂ ਵੱਖਰੀਆਂ ਏਜੰਸੀਆਂ ਨੇ। ਸੋ ਪੰਜਾਬ 'ਚ, ਕਿਉਂਕਿ ਪੰਜਾਬ ਤੇ ਹਰਿਆਣੇ 'ਚ ਕਣਕ ਤੇ ਝੋਨਾ ਸਾਡੀ ਮੁੱਖ ਫਸਲ ਹੈ, ਇਹ ਸਮਝਣਾ ਪੈਣਾ ਕੇਂਦਰ ਦੀ ਸਰਕਾਰ ਨੂੰ। ਜਦੋਂ ਕੇਂਦਰ ਦੀ ਸਰਕਾਰ ਇਹ ਸਮਝ ਗਈ ਕਿ ਕਿਉਂ ਸਾਡੇ ਕਿਸਾਨ ਵਿਰੋਧ ਕਰ ਰਹੇ ਨੇ, ਉਸ ਦਿਨ ਇਹ ਮਸਲਾ ਨਿਬੜਨ ਵਾਲੇ ਪਾਸੇ ਆ ਜਾਊਗਾ। ਉਂਝ ਤੋਮਰ ਉਹਨਾਂ ਨੇ ਚਿੱਠੀ ਜ਼ਰੂਰ ਲਿਖੀ ਹੈ, ਕੇਂਦਰੀ ਖੇਤੀਬਾੜੀ ਮੰਤਰੀ ਨੇ ਜਿਹੜੇ, ਉਹਨਾਂ ਨੇ ਫੇਰ ਚਿੱਠੀ ਲਿਖੀ ਹੈ ਕਿ ਅਸੀਂ ਫੇਰ ਗੱਲਬਾਤ ਕਰਨ ਨੂੰ ਤਿਆਰ ਹਾਂ। ਹੁਣ ਕਿਸਾਨ ਹੀ ਸਾਨੂੰ ਸਮਾਂ ਤੇ ਦਿਨ ਦੱਸ ਦੇਣ ਤੇ ਅਸੀਂ ਵਿਗਿਆਨ ਭਵਨ ਦੇ ਵਿੱਚ ਫੇਰ ਬੈਠਕ ਕਰਾਂਗੇ। ਇੱਕ ਤਰੀਕੇ ਨਾਲ ਸਰਕਾਰ ਹੁਣ ਤੱਕ ਜ਼ੁਬਾਨੀ ਕਹਿ ਰਹੀ ਸੀ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਹੁਣ ਸਰਕਾਰ ਨੇ ਲਿਖਤੀ ਤੌਰ ਤੇ ਕਹਿਤਾ। ਕਿਉਂਕਿ ਪਹਿਲਾਂ ਸਰਕਾਰ ਕਹਿ ਰਹੀ ਸੀ ਹੁਣ ਕਿਸਾਨ ਹੀ ਫੈਸਲਾ ਕਰ ਲੈਣ, ਕਿਸਾਨ ਹੀ ਦੱਸ ਦੇਣ ਕਦੋਂ ਤੇ ਕਿੱਥੇ ਮਿਲਣਾ ਜੀ। ਆਖਿਰਕਾਰ ਉਹਨਾਂ ਨੇ ਹੁਣ ਚਿੱਠੀ ਭੇਜੀ ਹੈ ਕਿ ਤੁਸੀਂ ਦੱਸੋ ਅਸੀਂ ਕਿੱਥੇ ਕਿਸ ਦਿਨ ਬੈਠਕ ਕਰੀਏ। ਮੈਨੂੰ ਲੱਗਦਾ ਕਿਸਾਨ ਆਗੂ ਵੀ ਹੁਣ ਮੀਟਿੰਗ ਕਰਨਗੇ ਜੀ, ਕਿਸਾਨ ਜਥੇਬੰਦੀਆਂ ਮੀਟਿੰਗ ਕਰਨਗੀਆਂ, ਔਰ ਮੀਟਿੰਗ ਕਰਨ ਤੋਂ ਬਾਅਦ ਸ਼ਾਇਦ ਨਵੇਂ ਸਿਰੇ ਤੋਂ ਗੱਲਬਾਤ ਦਾ ਜਿਹੜਾ ਰਾਹ ਹੈ ਉਹ ਕੋਈ ਨਾ ਕੋਈ ਨਿਕਲੇ। ਔਰ ਸੁਰਜੀਤ ਜਾਨੀ ਜਿਹੜੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ, ਉਹਨਾਂ ਨੇ ਵੀ ਉਮੀਦ ਪ੍ਰਗਟ ਕੀਤੀ ਹੈ ਕਿ ਜਲਦ ਬੈਠਕ ਹੋ ਸਕਦੀ ਹੈ ਤੇ ਕਿਸੇ ਹੱਲ ਵਾਲੇ ਪਾਸੇ ਗੱਲ ਅੱਗੇ ਤੁਰ ਸਕਦੀ ਹੈ। ਸੁਰਜੀਤ ਜਾਨੀ ਉਹਨਾਂ ਦੀ ਗੱਲ ਵੀ ਮੈਂ ਚਾਹੂੰਗਾ ਕਿ ਭੁਰਕ ਸੁਣਾ ਦਿਓ ਜੀ। ਯੈਸ ਔਰ ਨੋ ਦੇ ਕਰਕੇ 12 ਦਿਨ ਜਿਹੜੇ ਮੀਟਿੰਗ ਡਿਲੇ ਹੋਈ ਹੈ, ਲੇਟ ਹੋਈ ਹੈ। ਔਰ ਜਿੱਥੇ ਯੈਸ ਨੋ ਦੀ ਗੱਲ ਹੁੰਦੀ ਹੈ ਫਿਰ ਮੀਟਿੰਗ ਦਾ ਕੋਈ ਮਹੱਤਵ ਨਹੀਂ ਰਹਿੰਦਾ। ਤੇ ਹੁਣ ਕੀ ਹੈ ਕਿ ਕਿਸਾਨ ਜਥੇਬੰਦੀਆਂ ਨੇ ਵੱਡਾ ਜਿਗਰਾ ਕਰਕੇ ਕਿਹਾ ਹੈ ਕਿ ਅਸੀਂ ਯੈਸ ਨੋ ਤੋਂ ਅੱਗੇ ਵੱਧ ਕੇ ਗੱਲ ਕਰਾਂਗੇ। ਜਦੋਂ ਯੈਸ ਨੋ ਤੋਂ ਅੱਗੇ ਵੱਧ ਕੇ ਗੱਲ ਕਰਨਗੇ ਤਾਂ ਫਿਰ ਗੱਲ ਹੋਊਗੀ ਜੋ ਕਿਸਾਨ ਔਰ ਜਥੇਬੰਦੀਆਂ ਦੀ ਔਰ ਸਰਕਾਰ ਦੇ ਵਿੱਚ, ਤਾਂ ਜੋ ਮਸਲਾ ਹੱਲ ਹੋਏਗਾ ਆਪਾਂ ਸਾਰਿਆਂ ਨੂੰ ਆਸ ਉਮੀਦ ਹੈ। ਮੰਤਰੀ ਉਹੀ ਰਹਿਣਗੇ ਵਿੱਚ ਕੀ ਕੁਝ? ਮੰਤਰੀ ਤਾਂ ਹੀ ਰਹਿਣਗੇ, ਜੋ ਪ੍ਰੋਟੋਕੋਲ ਜਿਸ ਹਿਸਾਬ ਨਾਲ ਚੱਲ ਰਿਹਾ, ਜਿਹੜੀਆਂ ਪਿੱਛੇ ਮੀਟਿੰਗਾਂ ਹੋਈਆਂ ਉਹੀ ਮੰਤਰੀ ਰਹਿਣਗੇ, ਉਹੀ ਜਿਹੜੇ ਹੈ ਕਿਸਾਨ ਜਥੇਬੰਦੀਆਂ ਦੇ ਬੰਦੇ ਰਹਿਣਗੇ। ਹੁਣ ਆਪਾਂ ਦੇਖੋ ਸੁਰਜੀਤ ਜਾਨੀ ਉਹਨਾਂ ਦੀ ਵੀ ਗੱਲ ਸੁਣੀ। ਸੋ ਮੈਨੂੰ ਇਹ ਲੱਗਦਾ ਹੈ ਕਿ ਕੇਂਦਰ ਨੂੰ ਕਿਸੇ ਖੁਸ਼ਖਬਰੀ ਦੇ ਨਾਲ ਸੱਦਾ ਭੇਜ ਦੇਣਾ ਚਾਹੀਦਾ ਸੀ। ਅਗਰ ਕੇਂਦਰ ਕਿਸੇ ਵੱਡੇ ਫੈਸਲੇ ਨਾਲ ਸੱਦਾ ਭੇਜ ਦਿੰਦੀ ਗਗਨ ਜੀ, ਤੇ ਫਿਰ ਗੱਲ ਜ਼ਿਆਦਾ ਸੁਖਾਲੀ ਹੋ ਜਾਣੀ ਸੀ। ਉਂਝ ਅੰਦੋਲਨ ਪੰਜਾਬ ਵਾਲਾ ਪੂਰਾ ਸਰਗਰਮ ਹੈ। ਤੁਸੀਂ ਦੇਖੋ ਕੱਲ ਵੀ ਗਗਨ ਲੜੀਵਾਰ 24 ਘੰਟੇ ਦੀ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ। 24 ਘੰਟੇ ਲਈ 11 ਜਿਹੜੇ ਆਗੂ ਨੇ ਉਹ ਭੁੱਖ ਹੜਤਾਲ ਕਰਿਆ ਕਰਨਗੇ ਤਾਂ ਕਿ ਸਰਕਾਰ ਤੱਕ ਸੁਨੇਹਾ ਜਾਵੇ ਕਿ ਅਸੀਂ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ, ਜਿਹੜਾ ਅੰਦੋਲਨ ਕਰ ਰਹੇ ਹਾਂ, ਇਹ ਬਹੁਤ ਸੰਗਠਿਤ ਅੰਦੋਲਨ ਹੈ। ਸੋ ਭੁੱਖ ਹੜਤਾਲ ਦੇ ਨਾਲ ਵੀ ਬਹੁਤ ਵੱਡਾ ਹੁੰਗਾਰਾ ਜਿਹੜਾ ਇਸ ਅੰਦੋਲਨ ਨੂੰ ਮਿਲ ਰਿਹਾ ਹੈ।
ਜੀ। ਤੇ ਡੱਲਾ ਜੀ, ਇਸ ਦੇ ਵਿੱਚੋਂ ਇੱਕ ਬਹੁਤ ਅਹਿਮ ਗੱਲ, ਵੱਡਾ ਸਵਾਲ ਨਿਕਲ ਕੇ ਖੜਾ ਹੁੰਦਾ ਹੈ ਕਿਉਂਕਿ ਹੁਣ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਿਹੜੀ ਚਿੱਠੀ ਆਈ ਹੈ, ਇਸ ਚਿੱਠੀ ਦੇ ਵਿੱਚ ਮਦਾਂ ਫਿਰ ਉਹੀ ਲਿਖ ਕੇ ਭੇਜੀਆਂ ਨੇ ਜਿਹੜੀਆਂ ਮਦਾਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਹੋ ਚੁੱਕੀਆਂ ਨੇ। 12 ਦਿਨ ਬਾਅਦ ਦੁਬਾਰਾ ਸੱਦਾ ਆਉਂਦਾ ਹੈ, ਮਦਾਂ ਫਿਰ ਉਹੀ ਨੇ, ਤੇ ਅਸੀਂ ਕਿਸ ਗੱਲ ਦੇ ਲਈ ਗੱਲਬਾਤ ਕਰਨ ਦੇ ਲਈ ਸਮਾਂ ਦਾ ਤਰੀਕ ਜਿਹੜੀ ਤੈਅ ਨਹੀਂ, ਕਰੀਏ? ਮੈਂ ਉਹ ਗੱਲ ਕਹਿ ਰਿਹਾ, ਅਗਰ ਸਰਕਾਰ ਕੋਈ ਫੈਸਲਾ ਲੈ ਕੇ ਭੇਜ ਦਿੰਦੀ, ਜੀ ਅਗਰ ਕੋਈ ਕੇਂਦਰ ਸਰਕਾਰ ਵੱਡਾ ਫੈਸਲਾ ਨਾਲ ਸੁਣਾ ਦਿੰਦੀ ਕਿ ਅਸੀਂ ਆਹ ਫੈਸਲਾ ਕਰਦੇ ਹਾਂ, ਹੁਣ ਤੁਸੀਂ ਮੀਟਿੰਗ ਲਈ ਆਓ, ਤੇ ਗੱਲ ਜ਼ਿਆਦਾ ਸੌਖੀ ਤੇ ਚੰਗੀ ਹੋਣੀ ਸੀ। ਦੇਖੋ, ਜਿਹੜਾ ਵਿਰੋਧ ਹੈ ਨਾ ਜੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ, ਉਹ ਬੜਾ ਉਸਾਰੂ ਪੁਆਇੰਟਸ ਦੇ ਉੱਤੇ ਵਿਰੋਧ ਹੈ, ਬੜੇ ਉਸਾਰੂ ਤੱਥਾਂ ਤੇ ਵਿਰੋਧ ਹੈ, ਬੜੇ ਜਿਹਨੂੰ ਕਹਿੰਦੇ ਆ ਅਸੀਂ ਕਿ ਆਧਾਰ ਹੈ ਪੰਜਾਬ ਦੇ ਕਿਸਾਨਾਂ ਦੇ, ਹਰਿਆਣੇ ਦੇ ਕਿਸਾਨਾਂ ਦੇ ਵਿਰੋਧ ਦਾ। ਇਸ ਕਰਕੇ ਕੇਂਦਰ ਸਰਕਾਰ ਜਦ ਤੱਕ ਪੰਜਾਬ ਹਰਿਆਣੇ ਦੇ ਕਿਸਾਨਾਂ ਦੇ ਵਿਰੋਧ ਦੀ ਹਕੀਕਤ ਨੂੰ ਨਹੀਂ ਸਮਝੂਗੀ, ਤਦ ਤੱਕ ਸਰਕਾਰ ਨੂੰ ਸਮਝ ਨਹੀਂ ਆਉਣਾ। ਜੀ ਮੈਂ ਤਾਂ ਇਹ ਚਾਹੁੰਦਾ ਕਿ ਕੇਂਦਰ ਸਰਕਾਰ ਆਪਣੇ ਨੁਮਾਇੰਦੇ ਭੇਜੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਉੱਤੇ ਰਿਪੋਰਟਾਂ ਬਣਾਉਣ ਦੇ ਲਈ, ਜਿਹੜੇ ਜ਼ਮੀਨ ਪਿੰਡ ਜਾ ਕੇ ਕਿਸਾਨਾਂ ਨੂੰ ਮਿਲਣ। ਬਾਹਲੀ ਗੱਲ ਹੈ, ਕੇਂਦਰ ਦੀ ਸਰਕਾਰ ਮੈਂਬਰ ਪਾਰਲੀਮੈਂਟਾਂ ਤੇ ਆਧਾਰਿਤ ਇੱਕ ਕਮੇਟੀ ਬਣਾ ਕੇ ਭੇਜ ਸਕਦੀ ਹੈ। ਜੀ ਇਹ ਕੇਂਦਰ ਸਰਕਾਰ ਦਾ ਹੱਕ ਹੈ। ਕੇਂਦਰ ਸਰਕਾਰ 11 ਵੱਖ-ਵੱਖ ਮੈਂਬਰ ਪਾਰਲੀਮੈਂਟਾਂ ਤੇ ਆਧਾਰਿਤ ਇੱਕ ਕਮੇਟੀ ਬਣਾ ਦੇ। ਉਹ 11 ਦੇ 11 ਮੈਂਬਰ ਪਾਰਲੀਮੈਂਟ ਵੱਖਰੇ ਸੂਬਿਆਂ ਦੇ ਹੋਣ ਗਗਨ ਜੀ। ਉਹ 11 ਦੇ 11 ਮੈਂਬਰ ਪਾਰਲੀਮੈਂਟਾਂ ਦੀ ਕਮੇਟੀ ਨੂੰ ਪੰਜਾਬ ਭੇਜਿਆ ਜਾਵੇ, ਮਾਲਵੇ 'ਚ, ਮਾਝੇ ਤੇ ਦੁਆਬੇ 'ਚ ਇੱਕ ਦਿਨ ਦਾ ਉਹਨਾਂ ਦਾ ਮਾਝੇ, ਮਾਲਵੇ, ਦੁਆਬੇ ਦਾ ਦੌਰਾ ਰੱਖਿਆ ਜਾਵੇ। ਉਹ ਕਿਸਾਨਾਂ ਨੂੰ ਮਿਲਣ, ਜ਼ਮੀਨੀ ਹਾਲਾਤ ਸਮਝਣ, ਮੰਡੀਕਰਨ ਦਾ ਢਾਂਚਾ ਸਮਝਣ, ਆੜ੍ਹਤੀਆਂ ਨਾਲ ਮੁਲਾਕਾਤ ਕਰਨ, ਫਿਰ ਸਰਕਾਰ ਨੂੰ ਜਾ ਕੇ ਪਾਰਲੀਮੈਂਟ 'ਚ ਰਿਪੋਰਟ ਦੇ ਦੇਣ। ਔਰ ਸਰਕਾਰ ਉਸ ਰਿਪੋਰਟ ਤੋਂ ਬਾਅਦ, ਮੈਨੂੰ ਪੂਰਾ ਭਰੋਸਾ ਹੈ, ਇਸ ਗੱਲ ਤੇ ਸਹਿਮਤ ਹੋਊਗੀ ਕਿ ਕਾਨੂੰਨ ਪੰਜਾਬ ਤੇ ਹਰਿਆਣੇ 'ਚ ਰੱਦ ਕੀਤੇ ਜਾਣੇ ਚਾਹੀਦੇ ਨੇ। 2 ਟੀਮਾਂ ਭੇਜ ਦੇਣ, 11 ਮੈਂਬਰ ਪਾਰਲੀਮੈਂਟ ਪੰਜਾਬ ਭੇਜ ਦੇਣ, 11 ਭੇਜ ਦੇਣ ਹਰਿਆਣੇ। ਦੋਹਾਂ ਟੀਮਾਂ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਕੇਂਦਰ ਦੀ ਸਰਕਾਰ ਫੈਸਲਾ ਕਰੇ। ਦੇਖੋ, ਕੇਂਦਰ ਦੀ ਸਰਕਾਰ ਨੂੰ ਵੀ ਕੋਈ ਅਜਿਹਾ ਕੱਲੀਆਂ ਚਿੱਠੀਆਂ ਲਿਖਣ ਨਾਲ ਤੋਮਰ ਸਾਹਿਬ ਦੇ ਗੱਲ ਅੱਗੇ ਨਹੀਂ ਤੁਰਨੀ। ਹਾਲਾਂਕਿ ਚਿੱਠੀ ਆਈ ਹੈ, ਚਲੋ ਮੈਂ ਕਹਿੰਦਾ ਗੱਲ ਤੁਰੀ। ਹੁਣ ਇਹ ਕਿਸਾਨਾਂ ਨੇ ਤੈਅ ਕਰਨਾ ਕਿ ਉਹਨਾਂ ਨੇ ਇਸ ਚਿੱਠੀ ਤੋਂ ਬਾਅਦ ਮੀਟਿੰਗ ਕਰਨੀ ਹੈ ਜਾਂ ਨਹੀਂ ਕਰਨੀ। ਪਰ ਕਿਸਾਨਾਂ ਨੂੰ ਪਹਿਲਾਂ ਆਪਸ 'ਚ ਮੀਟਿੰਗ ਕਰਕੇ ਜ਼ਰੂਰ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਹੁਣ ਅਸੀਂ ਅਗਲੀ ਰਣਨੀਤੀ ਕੀ ਰੱਖਣੀ। ਕਿਸਾਨ ਹੀ ਸਰਕਾਰ ਨੂੰ ਸੁਝਾਅ ਦੇ ਦੇਣ ਵੀ ਤੁਸੀਂ ਮੈਂਬਰ ਪਾਰਲੀਮੈਂਟਾਂ ਤੇ ਆਧਾਰਿਤ ਇੱਕ ਕਮੇਟੀ ਬਣਾਓ। ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਭੇਜ ਦੇਣ ਮੋਦੀ ਸਾਹਿਬ। ਭਾਰਤੀ ਜਨਤਾ ਪਾਰਟੀ ਦੇ 11 ਮੈਂਬਰ ਪਾਰਲੀਮੈਂਟ ਹਰਿਆਣੇ ਤੇ ਪੰਜਾਬ 'ਚ ਭੇਜ ਦੇਣ ਮੋਦੀ ਸਾਹਿਬ, ਅਗਰ ਹੋਰ ਕਿਸੇ ਤੇ ਭਰੋਸਾ ਨਹੀਂ ਹੈ। ਪਰ ਸਰਕਾਰ ਵੀ ਕੁਝ ਠੋਸ ਕਰਦੀ ਹੋਈ ਨਜ਼ਰ ਨਹੀਂ ਆ ਰਹੀ। ਸਰਕਾਰ ਸਿਰਫ ਇਸ ਗੱਲ ਤੇ ਜ਼ਿੱਦ ਕਰ ਰਹੀ ਹੈ ਜਾਂ ਅੜੀ ਹੋਈ ਹੈ ਕਿ ਕਾਨੂੰਨ ਵਧੀਆ ਨੇ, ਇਹਨਾਂ ਕਾਨੂੰਨਾਂ ਦੇ ਨਾਲ ਕਿਸਾਨਾਂ ਦਾ ਫਾਇਦਾ ਹੋਊਗਾ। ਸੋ ਇਹਦੇ ਨਾਲ ਗੱਲ ਮੈਨੂੰ ਲੱਗਦਾ ਨਿਬੜਨੀ ਨਹੀਂ। ਸੋ ਕਿਸਾਨ ਨੇ ਜਿਹੜੇ, ਉਹ ਹੁਣ ਮੈਨੂੰ ਨਹੀਂ ਲੱਗਦਾ ਕਿ ਐਡੀ ਛੇਤੀ ਤਿਆਰ ਹੋਣਗੇ। ਹਾਲਾਂਕਿ ਉਹਨਾਂ ਨੂੰ ਮੀਟਿੰਗ ਕਰਕੇ ਫੈਸਲਾ ਕਰਨਾ ਚਾਹੀਦਾ ਜੀ। ਸੋ ਉਮੀਦ ਵੀ ਕਰਦੇ ਹਾਂ ਕਿ ਕੇਂਦਰ ਸਰਕਾਰ ਦੇ ਨਾਲ ਜੇਕਰ ਹੁਣ ਬੈਠਕ ਹੁੰਦੀ ਹੈ, ਸਰਕਾਰ ਨੂੰ ਕਿਸਾਨ ਤਰੀਕ ਦਿੰਦੇ ਨੇ, ਤਾਂ ਇਹ ਮੀਟਿੰਗ ਅਜਿਹੀ ਹੋਵੇ ਕਿ ਮੀਟਿੰਗ ਤੋਂ ਬਾਅਦ ਚਾਹੇ ਉਹ ਰਾਤ ਦੇ 12 ਵਜੇ ਤੱਕ ਲੰਬੀ ਮੀਟਿੰਗ ਹੋ ਜਾਵੇ, ਪਰ ਉਸ ਮੀਟਿੰਗ ਤੋਂ ਬਾਅਦ ਕਿਸੇ ਐਲਾਨ ਦੇ ਨਾਲ ਸਰਕਾਰ ਦੇ ਨੁਮਾਇੰਦੇ ਤੇ ਕਿਸਾਨ ਬਾਹਰ ਆਉਣ। ਸੋ ਡੱਲਾ ਸਾਹਿਬ, ਅੱਗੇ ਵਧੀਏ ਤੇ ਖਬਰਾਂ ਦੇ ਵੱਲ। ਕਿਸਾਨਾਂ ਦੇ ਅੰਦੋਲਨ ਦੇ ਨਾਲ ਜੁੜੀ ਖਬਰ ਹੈ ਕਿ ਕਿਸਾਨਾਂ ਦੇ ਵਿੱਚ ਲਗਾਤਾਰ ਜਿਹੜੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੇ ਮਾਮਲੇ ਸਾਹਮਣੇ ਆਉਣ ਲੱਗ ਗਏ। ਜਿਸ ਗੱਲ ਦਾ ਡਰ ਸੀ ਜਦੋਂ ਬਾਬਾ ਰਾਮ ਸਿੰਘ ਹੋਣਾ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਜਾਂਦਾ ਹੈ, ਉਸ ਤੋਂ ਬਾਅਦ ਜਿਸ ਗੱਲ ਦਾ ਡਰ ਸੀ ਉਹ ਦੁਬਾਰਾ ਹੋਣ ਲੱਗ ਪਈ। ਇਹਨੂੰ ਕਿੱਦਾਂ ਵੇਖਦੇ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਅਜਿਹਾ ਰੁਝਾਨ ਨਹੀਂ ਬਣਨਾ ਚਾਹੀਦਾ। ਦੇਖੋ, ਕਾਫੀ ਵੱਡੀ ਗਿਣਤੀ 'ਚ ਸਾਡੇ ਕਿਸਾਨ ਵੱਖ-ਵੱਖ ਕਾਰਨਾਂ ਕਰਕੇ ਦੁਨੀਆ ਤੋਂ ਚਲੇ ਗਏ। ਉੱਥੇ ਠੰਡ ਬਹੁਤ ਜ਼ਿਆਦਾ ਹੈ, ਕਈਆਂ ਨੂੰ ਦਿਲ ਦਾ ਦੌਰਾ ਪਿਆ, ਸਰਦੀ ਜ਼ਿਆਦਾ ਸੀ। ਇੱਕ ਰਾਮਪੁਰਾ ਫੂਲ ਦਾ ਨੌਜਵਾਨ ਕਿਸਾਨ ਸੀ, ਉਹ ਅੰਦੋਲਨ ਤੋਂ ਘਰ ਗਿਆ, ਮਾਨਸਿਕ ਤੌਰ ਤੇ ਪਰੇਸ਼ਾਨ 'ਚ ਸੀ। 6 ਲੱਖ ਰੁਪਏ ਦਾ ਕਰਜ਼ਾ ਪਤਾ ਲੱਗਿਆ ਉਹਦੇ ਸਿਰ ਸੀ, ਉਹਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਅੱਜ ਇੱਕ ਹੋਰ ਕਿਸਾਨ ਨੇ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਰੋਹਤਕ ਦੇ PGI ਹਸਪਤਾਲ ਦੇ ਵਿੱਚ ਉਸ ਕਿਸਾਨ ਨੂੰ ਫਿਰ ਭੇਜਿਆ ਗਿਆ। ਹਾਲਾਂਕਿ ਹੁਣ ਜਿਹੜੀ ਸਥਿਤੀ ਹੈ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੈ, ਪਰ ਕਹਿ ਰਹੇ ਨੇ ਕਿ ਖਤਰੇ ਤੋਂ ਸਥਿਤੀ ਬਾਹਰ ਹੈ। ਸੋ ਜ਼ਰੂਰਤ ਇਹ ਹੈ ਕਿ ਕਿਸਾਨ ਅੰਦੋਲਨ ਤੇ ਧਿਆਨ ਦੇਣ, ਕਿਸਾਨ ਅੰਦੋਲਨ ਤੇ ਧਿਆਨ ਦੇਣ। ਸਾਰਾ ਪੰਜਾਬ, ਸਾਰਾ ਦੇਸ਼, ਸਾਰੇ ਜਾਗਰੂਕ ਲੋਕ ਉਹਨਾਂ ਦੇ ਨਾਲ ਹੈ। ਸਾਡੀ ਸਰਕਾਰ ਵੀ ਕਿਸਾਨਾਂ ਤੇ ਜ਼ਬਰ ਨਹੀਂ ਕਰ ਰਹੀ। ਦੇਖੋ, ਇਹ ਗੱਲ ਹੈ ਕਿ ਉੱਥੇ ਕਿਸਾਨਾਂ ਤੇ ਕੋਈ ਲਾਠੀ ਚਾਰਜ ਨਹੀਂ, ਹੁਣ ਪਾਣੀ ਦੀਆਂ ਬੁਛਾੜਾਂ ਨਹੀਂ, ਕਿਸੇ ਤਰ੍ਹਾਂ ਦੀ ਤਸ਼ੱਦਦ ਨਹੀਂ, ਕਿਸਾਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ, ਸਰਕਾਰ ਉਹਦੇ ਤੇ ਵੀ ਇਤਰਾਜ਼ ਨਹੀਂ ਕਰ ਰਹੀ। ਦਿੱਲੀ ਵਾਲਾ ਕੇਜਰੀਵਾਲ ਵੀ ਹੁਣ ਤਾਂ ਸਮਝ ਗਿਆ ਕਿ ਜਿਹੜਾ ਇਹ ਕਿਸਾਨ ਅੰਦੋਲਨ ਹੈ ਇਹਦੀ ਅਹਿਮੀਅਤ ਹੈ, ਇਸੇ ਕਰਕੇ ਉਹਨੇ ਵਿਧਾਨ ਸਭਾ 'ਚ ਬਿੱਲ ਫਾੜੇ। ਹੁਣ ਕਿਸਾਨਾਂ ਨੂੰ ਆਪਣੇ ਇਸ ਸੰਘਰਸ਼ ਨੂੰ ਸੰਗਠਿਤ ਹੋ ਕੇ ਅਹਿੰਸਾ ਦੇ ਰਸਤੇ ਤੇ ਪਹਿਲਾਂ ਦੀ ਤਰ੍ਹਾਂ ਚੱਲਦੇ ਹੋਏ ਅੱਗੇ ਵਧਾਉਣਾ ਚਾਹੀਦਾ ਹੈ। ਸੋ ਜੀਵਨ, ਆਪਣੀ ਜ਼ਿੰਦਗੀ ਖਤਮ ਕਰਨ ਵਾਲੇ ਪਾਸੇ ਹੁਣ ਕਿਸਾਨਾਂ ਨੂੰ ਚੱਲਣ ਦੀ ਲੋੜ ਨਹੀਂ ਹੈ। ਪੰਜਾਬੀਆਂ ਦੇ ਹੌਸਲੇ
ਦੁਨੀਆ 'ਚ ਹਮੇਸ਼ਾ ਮਜ਼ਬੂਤ ਹੁੰਦੇ ਨੇ। ਔਰ ਮੈਂ ਇਹ ਵੀ ਕਹਿਣਾ ਕਿ ਪੰਜਾਬੀਆਂ ਦੇ ਹੌਸਲੇ ਕਿਸੇ ਨੂੰ ਪਰਖਣੇ ਨਹੀਂ ਚਾਹੀਦੇ। ਪੰਜਾਬੀ ਬੜੇ ਹੌਸਲੇ ਵਾਲੇ ਨੇ। ਇਸ ਗੱਲ ਦੀ ਮਿਸਾਲ ਹਰ ਕਿਸਾਨ ਨੂੰ ਉੱਥੇ ਜਾ ਕੇ ਦੇਣੀ ਚਾਹੀਦੀ ਹੈ। ਅਸੀਂ ਜ਼ਿੰਦਗੀ ਖਤਮ ਨਹੀਂ ਕਰਨੀ, ਅਸੀਂ ਭਵਿੱਖ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਉਸਾਰਨ ਦੀ ਨੀਂਹ ਰੱਖ ਰਹੇ ਹਾਂ। ਆਪਣੀਆਂ ਜ਼ਮੀਨਾਂ ਅਸੀਂ ਸਾਂਭ ਕੇ ਰੱਖਣੀਆਂ ਨੇ। ਅਸੀਂ ਆਪਣੇ ਜਾਇਜ਼ ਹੱਕ ਨੇ ਜਿਹੜੇ ਉਹ ਆਪਣੀ ਹੀ ਸਰਕਾਰ ਤੋਂ ਮੰਗ ਰਹੇ ਹਾਂ। ਇਸ ਕਰਕੇ ਜ਼ਿੰਦਗੀ ਖਤਮ ਕਰਨ ਦਾ ਕੀ ਮਸਲਾ। ਪਰਿਵਾਰ 'ਚ ਵੀ ਕਈ ਵਾਰੀ ਬੱਚੇ ਰੁੱਸ ਜਾਂਦੇ ਨੇ ਬਜ਼ੁਰਗਾਂ ਤੋਂ, ਹੈ ਜੀ। ਜੀ ਰੁੱਸ ਕੇ ਕਈ ਵਾਰੀ ਦੋਸਤ ਦੇ ਘਰੇ ਚਲੇ ਜਾਂਦੇ ਨੇ ਸੌਣ, ਕਈ ਵਾਰੀ ਰਿਸ਼ਤੇਦਾਰਾਂ ਦੇ ਚਲੇ ਜਾਂਦੇ ਨੇ। ਸੋ ਜ਼ਿੰਦਗੀ ਖਤਮ ਕਰਨ ਵਾਲੀ ਗੱਲ ਨਹੀਂ। ਗੁੱਸਾ ਗਿਲਾ ਸਭ ਜਾਇਜ਼ ਹੈ ਇਸ ਲੋਕਤੰਤਰ 'ਚ। ਇਹ ਇਸ ਲੋਕਤੰਤਰ ਦੀ ਸ਼ਾਨ ਹੈ। ਪਰ ਹੁਣ ਜਦੋਂ ਇੰਨਾ ਕੁਝ ਵਾਪਰ ਰਿਹਾ ਇੱਕ ਪਾਸੇ, ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਵੀ ਬਣਦੀ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਮੁਹੱਬਤ ਦੇ ਨਾਲ ਅਗਰ ਇਹ ਅੰਦੋਲਨ ਸਮਾਪਤੀ ਵਾਲੇ ਪਾਸੇ ਜਾਵੇ, ਸਰਕਾਰ ਵੱਡਾ ਜਿਗਰਾ ਦਿਖਾਵੇ ਤੇ ਸਾਰਿਆਂ ਨੂੰ ਗੁਲਵੱਕੜੀ 'ਚ ਲੈ ਕੇ ਕਾਨੂੰਨ ਰੱਦ ਕਰਕੇ, ਜਾਂ ਪੰਜਾਬ ਹਰਿਆਣੇ 'ਚ ਕਾਨੂੰਨ ਰੱਦ ਕਰਕੇ ਜਾਂ ਮੁਅੱਤਲ ਕਰਕੇ ਨਵੀਂ ਉਦਾਹਰਣ ਸਰਕਾਰ ਪੇਸ਼ ਕਰੇ, ਬੜੇ ਖੁਸ਼ ਹੋਣਗੇ ਸਾਰੇ ਕਿਸਾਨ ਵੀ ਤੇ ਮੁਲਕ ਦੇ ਵਿੱਚ ਚੰਗਾ ਸੁਨੇਹਾ ਜਾਊਗਾ। ਜੀ ਤੇ ਡੱਲਾ ਜੀ ਉੱਧਰ ਦੇਸ਼ ਦੇ ਵੱਲ ਜੇ ਨਿਗਾਹ ਮਾਰੀਏ ਤਾਂ ਚੋਣਾਂ ਦੇ ਵਿੱਚ ਕਹਿੰਦੇ ਹੁਣ ਤੁਸੀਂ ਵੱਧ ਖਰਚਾ ਕਰ ਸਕਦੇ ਹੋ। ਪਹਿਲਾਂ ਜਿਹੜੀ ਮਿਆਦ 70 ਲੱਖ ਰੁਪਏ ਦੇ ਕਰੀਬ ਸੀ ਉਹ ਹੁਣ ਵਧਾ ਦਿੱਤੀ ਗਈ ਹੈ। ਜੇ ਇਸ ਤਰ੍ਹਾਂ ਖਰਚੇ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ, ਜਿਹੜਾ ਇੱਕ ਵਾਰ ਹੁਣ ਵਧਾਉਣ ਦੀ ਆਗਿਆ ਦੇ ਦਿੱਤੀ ਹੈ ਕਿ ਕਿਉਂਕਿ ਚਰਚਾਵਾਂ ਸੀ ਕਿ ਚੋਣਾਂ ਦਾ ਖਰਚਾ ਘਟ ਸਕਦਾ ਪਰ ਇਹ ਤਾਂ ਵੱਧ ਗਿਆ। ਦੇਖੋ ਇਹ ਮੈਂ ਬੜਾ ਹੈਰਾਨ ਹਾਂ ਇਸ ਗੱਲ ਤੋਂ ਜੀ ਕਿ ਦੇਸ਼ ਦੇ ਵਿੱਚ ਚੋਣਾਂ ਬਹੁਤ ਖਰਚੀਲੀਆਂ ਹੋ ਗਈਆਂ। ਜੀ ਅੱਜ ਭਾਰਤੀ ਚੋਣ ਕਮਿਸ਼ਨ ਨੇ ਇੱਕ ਚਿੱਠੀ ਜਾਰੀ ਕਰਕੇ ਜਿਹੜੀ ਮਿਆਦ ਸੀ ਖਰਚੇ ਦੀ ਉਹ 'ਚ 10% ਦਾ ਵਾਧਾ ਕਰਤਾ। ਜੀ ਸੋ ਪਹਿਲਾਂ ਤੁਸੀਂ ਲੋਕ ਸਭਾ ਦੀ ਚੋਣ ਅਗਰ ਲੜਨੀ ਹੁੰਦੀ ਸੀ ਤਾਂ 70 ਲੱਖ ਰੁਪਏ ਤੱਕ ਖਰਚਾ ਕਰ ਸਕਦੇ ਸੀ ਪ੍ਰਚਾਰ ਤੇ। ਜੀ ਇਹ ਤਾਂ ਹੈਗਾ ਇੱਕ ਨੰਬਰ ਦਾ ਖਰਚਾ 70 ਲੱਖ। ਜਿਹੜਾ ਗੈਰ ਐਲਾਨਿਆ ਖਰਚਾ ਹੁੰਦਾ ਉਹ ਤਾਂ ਕਰੋੜਾਂ 'ਚ ਚਲਿਆ ਜਾਂਦਾ ਗਗਨ ਜੀ। ਬਿਲਕੁਲ। ਕਹਿੰਦੇ ਚੋਣਾਂ ਆਮ ਤੌਰ ਤੇ ਗੱਲਾਂ ਕਰਦੇ ਹੁੰਦੇ ਨੇ ਲੀਡਰ ਵੀ ਅੱਜ ਕੱਲ ਪੰਜਾਬ 'ਚ ਅਗਰ ਇੱਕ MP ਦੀ ਚੋਣ ਲੜਨੀ ਹੈ ਤੇ 8-10 ਕਰੋੜ ਦਾ ਖਰਚਾ ਮਾਮੂਲੀ ਗੱਲ ਹੈ। ਮੈਂ ਬੜਾ ਹੈਰਾਨ ਹਾਂ 8-10 ਕਰੋੜ ਕਿੱਥੋਂ ਲਿਆਉਂਦੇ ਆ ਚੋਣ ਪ੍ਰਚਾਰ ਲਈ ਇਹ ਲੀਡਰ, ਜੀ ਹੈ ਜੀ। ਹੁਣ ਚੋਣ ਕਮਿਸ਼ਨ ਨੇ 70 ਲੱਖ ਤੋਂ ਮਨਜ਼ੂਰੀ ਵਧਾ ਕੇ ਕਰਤੀ 77 ਲੱਖ, 77 ਜੀ ਵੀ ਹੁਣ 77 ਲੱਖ ਤੱਕ ਤੁਸੀਂ ਖਰਚਾ ਕਰ ਸਕਦੇ ਹੋ ਅਗਰ ਤੁਸੀਂ MP ਦੀ ਚੋਣ ਲੜਨੀ ਹੈ ਚੋਣ ਪ੍ਰਚਾਰ ਤੇ। ਤੇ ਵਿਧਾਨ ਸਭਾ ਦੇ ਵਿੱਚ ਇਹ 28 ਲੱਖ ਤੋਂ ਵਧਾ ਕੇ ਇਹ 30 ਲੱਖ ਕਰਤਾ, 30 ਲੱਖ ਤੇ ਕੁਝ ਹਜ਼ਾਰ। ਜੀ ਕਿੱਡਾ ਵੱਡਾ ਵਾਧਾ ਹੋ ਗਿਆ ਜੀ। ਇੱਕ ਵਿਧਾਨ ਸਭਾ ਦੀ ਚੋਣ ਦੇਖੋ ਛੋਟੀ ਜੀ ਇੱਕ ਚੋਣ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਇੰਨੀ ਜ਼ਿਆਦਾ 1.25 ਲੱਖ, 1.25 ਲੱਖ, 1.5 ਲੱਖ ਦੀ ਆਬਾਦੀ ਪਿੱਛੇ ਚੋਣ ਹੁੰਦੀ ਹੈ। ਜੀ ਸੋ 1.25 ਲੱਖ, 1.5 ਲੱਖ ਦੀ ਆਬਾਦੀ ਪਿੱਛੇ ਵਿਧਾਨ ਸਭਾ ਦੀ 30 ਲੱਖ ਤੱਕ ਦਾ ਖਰਚਾ ਕਰ ਸਕਦੇ ਹੋ ਜੀ। ਜੀ 30 ਲੱਖ ਤੱਕ ਦਾ ਖਰਚਾ ਬਹੁਤ ਜ਼ਿਆਦਾ ਜਿਹੜਾ ਪੈਸਾ ਜਿਹੜਾ ਚੋਣਾਂ 'ਚ ਲੱਗਦਾ ਹੈ। ਗੈਰ ਐਲਾਨੇ ਤੌਰ ਤੇ ਤਾਂ ਵਿਧਾਨ ਸਭਾ ਦੀ ਚੋਣ ਵੀ ਕਹਿੰਦੇ 2-3 ਕਰੋੜ ਰੁਪਏ ਤਾਂ ਕਹਿੰਦੇ ਮਾਮੂਲੀ ਜੀ ਗੱਲ ਹੈ। ਜੀ ਕਈ ਚੋਣਾਂ ਤੇ ਕਹਿੰਦੇ ਇੱਜ਼ਤ ਦਾਅ ਤੇ ਲੱਗੀ ਹੁੰਦੀ ਹੈ, ਉੱਥੇ 5-6 ਕਰੋੜ 'ਚ ਚੋਣ ਹੁੰਦੀ ਹੈ। ਲੀਡਰ ਪੈਸਾ ਪਤਾ ਨਹੀਂ ਕਿੱਥੋਂ ਲਿਆਉਂਦੇ ਆ ਇਹਨਾਂ ਜੀ। ਹਰ 5 ਸਾਲ ਬਾਅਦ ਫੇਰ ਚੋਣ ਲੜਨ ਲੱਗ ਜਾਂਦੇ ਕਈ ਤਾਂ, ਕਿੱਥੋਂ ਲਿਆਉਂਦੇ ਇੰਨਾ ਪੈਸਾ। ਬਿਲਕੁਲ। ਸੋ ਇਸ ਕਰਕੇ ਚਾਹੀਦਾ ਤਾਂ ਇਹ ਸੀ ਕਿ ਭਾਰਤੀ ਚੋਣ ਕਮਿਸ਼ਨ ਬਹੁਤ ਸੁਧਾਰ ਕੀਤੇ। ਭਾਰਤੀ ਚੋਣ ਕਮਿਸ਼ਨ ਨੇ TN ਸੈਸ਼ਨ ਉਹਨਾਂ ਤੋਂ ਸ਼ੁਰੂ ਹੋਏ ਸੀ ਸੁਧਾਰ, ਹੋਰ ਸੁਧਾਰਾਂ ਦੀ ਲੋੜ ਸੀ। ਆਸ ਤਾਂ ਇਹ ਸੀ ਕਿ ਚੋਣਾਂ ਨੂੰ ਮੁਕਾਬਲੇ ਵਾਲੀਆਂ ਚੋਣਾਂ ਬਣਾਉਂਦਾ ਭਾਰਤੀ ਚੋਣ ਕਮਿਸ਼ਨ। ਭਾਰਤੀ ਚੋਣ ਕਮਿਸ਼ਨ ਇਹ ਕਹਿੰਦਾ ਕਿ ਤੁਸੀਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰੋ। ਕੀ ਪੈਸਾ ਲੱਗਦਾ ਜੀ ਸੋਸ਼ਲ ਮੀਡੀਆ ਤੇ? ਬਿਲਕੁਲ। ਘਰ ਦਾ ਤੁਹਾਡਾ YouTube, ਘਰ ਦਾ Facebook ਅਕਾਊਂਟ ਬਣਨਾ, ਜੀ ਉੱਤੇ ਪ੍ਰਚਾਰ ਕਰੋ। ਭਾਰਤੀ ਚੋਣ ਕਮਿਸ਼ਨ ਨੂੰ ਚਾਹੀਦਾ ਸੀ ਟੈਲੀਵਿਜ਼ਨ ਦੇ ਜ਼ਰੀਏ, ਰੇਡੀਓ ਦੇ ਜ਼ਰੀਏ ਚੋਣ ਪ੍ਰਚਾਰ ਕਰਾਉਂਦਾ। ਸਰਕਾਰੀ ਟੈਲੀਵਿਜ਼ਨ, ਰੇਡੀਓ ਤੇ ਸਮਾਂ ਦਿਓ। ਪ੍ਰਾਈਵੇਟ ਚੈਨਲਾਂ ਤੇ ਵੀ ਸਰਕਾਰ ਚੋਣਾਂ ਦੇ ਦਿਨਾਂ 'ਚ ਕੁਝ ਸਮਾਂ ਆਪਣੇ ਕੋਲੇ ਰਾਖਵਾ ਰੱਖੇ ਜੀ ਤੇ ਉੱਥੇ ਮੁਫਤ ਦੇ ਵਿੱਚ ਮੌਕਾ ਦੇਵੇ ਆ ਕੇ ਚੰਗੇ ਚੈਨਲਾਂ ਤੇ ਹਰ ਹਲਕਿਆਂ ਦੇ ਉਮੀਦਵਾਰਾਂ ਨੂੰ। ਜੀ ਮੈਂ ਅਮਰੀਕਾ ਦੀਆਂ ਚੋਣਾਂ ਦੇਖੀਆਂ ਪਿੱਛੇ ਜੇ, ਦੇਖੋ ਡਿਬੇਟਾਂ ਹੁੰਦੀਆਂ ਸੀ ਬੜੀਆਂ ਉਸਾਰੂ, ਹਾਲਾਂਕਿ ਖੱਪ ਵਾਲੇ ਉੱਥੇ ਵੀ ਸੀ ਵਿੱਚ, ਜੀ ਪਰ ਬਹੁਤਾ ਸਮਾਂ ਉਸਾਰੂ ਡਿਬੇਟਾਂ ਹੁੰਦੀਆਂ ਸੀ, ਟੈਲੀਵਿਜ਼ਨਾਂ ਤੇ ਲੋਕ ਦੇਖਦੇ ਸੀ। ਬਿਲਕੁਲ। ਹੈ ਨੀ। ਚਲੋ ਉਂਝ ਸਾਡੇ ਚੋਣ ਪ੍ਰਚਾਰ ਜਦੋਂ ਹੁੰਦਾ ਹੈ, ਚੋਣ ਪ੍ਰਚਾਰ ਦੀ ਸਮੱਗਰੀ ਦੇ ਨਾਲ ਰੁਜ਼ਗਾਰ ਵੀ ਪੈਦਾ ਹੁੰਦਾ ਹੈ। ਮੈਂ ਇਹ ਵੀ ਗੱਲ ਕਹਿਣਾ, ਇਹ ਨਹੀਂ ਹੈਗਾ ਕਿ ਇਕੱਲਾ ਨੁਕਸਾਨ ਹੀ ਹੈ, ਪਰ ਨੁਕਸਾਨ ਸਾਡੀ ਸਿਆਸਤ ਨਹੀਂ ਸੁਧਰਦੀ ਇਹਦੇ ਨਾਲ। ਗਰੀਬ ਆਦਮੀ ਜਿਹਦੇ ਕੋਲੇ ਪੈਸਾ ਘੱਟ ਹੈ, ਜਿਹਦੇ ਕੋਲੇ ਸਿਰਫ ਦਿਮਾਗ ਹੈ, ਸਮਝ ਹੈ, ਉਹਦੇ ਕੋਲ ਪੈਸਾ ਨਹੀਂ। ਜਿਹਦੇ ਕੋਲੇ ਸਿਰਫ ਦਿਮਾਗ ਹੈ, ਸਮਝ ਹੈ, ਪੈਸਾ ਨਹੀਂ, ਉਹ ਵਿਚਾਰਾ ਅੱਗੇ ਨਹੀਂ ਆਉਂਦਾ। ਜੀ ਕਿੰਨੇ ਸਿਆਣੇ ਲੋਕ ਵੋਟਾਂ 'ਚ ਖੜੇ ਹੁੰਦੇ ਨੇ, ਜ਼ਮਾਨਤਾਂ ਜ਼ਬਤ ਹੋ ਜਾਂਦੀਆਂ ਨੇ, ਕਿਉਂਕਿ ਇੱਕ ਮੁਕਾਬਲਾ ਇਸ ਤਰੀਕੇ ਦਾ ਬਣ ਗਿਆ ਵੀ ਜੇ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤੇ ਤੁਸੀਂ ਚਾਹ ਪਾਣੀ ਵੀ ਦੱਬ ਕੇ ਵੰਡੋਗੇ।
ਜੀ ਤੁਸੀਂ ਕੌੜੇ ਪਾਣੀ ਦੀ ਸੇਵਾ ਵੀ ਕਰੋਗੇ, ਕੌੜਾ ਪਾਣੀ ਵੀ ਪਿਲਾਓਗੇ, ਜੀ ਹੈ ਜੀ। ਨਿੰਬੂ ਪਾਣੀ ਨਾਲ ਤਾਂ ਮੰਨਦੇ ਹੀ ਨਹੀਂ ਕਈ ਲੋਕ। ਬਿਲਕੁਲ ਸਮਾਜ 'ਚ ਵੀ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਨਾ। ਤੁਸੀਂ ਕਹੋ ਕੱਲਾ ਡਾਟੇ ਵਾਲਾ ਬੱਤਾ ਪੀ ਲਓ, ਉਹ ਵੀ ਨਹੀਂ ਮੰਨਦੇ। ਜੀ ਅਸੀਂ ਪੀਂਦੇ ਹੁੰਦੇ ਸੀ ਛੋਟੇ ਹੁੰਦੇ, ਨਿੰਬੂ ਵੀ ਪਾਉਂਦਾ ਸੀ ਵਿੱਚ। ਸੋ ਕੁੱਲ ਮਿਲਾ ਕੇ ਗਗਨ ਜੀ ਮੈਂ ਇਹ ਚਾਹੁੰਦਾ ਕਿ ਚੋਣਾਂ ਘੱਟ ਖਰਚੀਲੀਆਂ ਹੋਣ, ਹਰ ਸਧਾਰਨ ਵਿਅਕਤੀ ਵੀ ਚੋਣਾਂ ਲੜ ਸਕੇ। ਜੀ। ਚੋਣਾਂ ਦੇ ਵਿੱਚ ਪੈਸੇ ਦੀ ਦੁਰਵਰਤੋਂ ਖਤਮ ਹੋਵੇ। ਅੱਜ ਕੱਲ੍ਹ ਤਾਂ ਸਥਿਤੀ ਇਹ ਹੈ ਕਿ ਵੋਟਾਂ ਤੋਂ ਇੱਕ ਦਿਨ ਪਹਿਲਾਂ ਲੀਡਰ ਰਾਸ਼ਨ ਵੰਡਣ ਲੱਗ ਜਾਂਦੇ ਨੇ, ਜਿਵੇਂ ਕਰਿਆਨੇ ਦੀ ਦੁਕਾਨ ਹੀ ਲੈ ਲਈ ਹੋਵੇ ਉਹਨਾਂ ਨੇ। ਜੀ ਇੱਥੇ ਤੱਕ ਵੀ ਹੈ ਕਿ ਨੋਟਾਂ ਦੇ ਉੱਤੇ ਨੰਬਰ ਪਾ ਪਾ ਕੇ ਨੋਟ ਵੰਡ ਦਿੱਤੇ ਜਾਂਦੇ ਨੇ 10-10 ਰੁਪਏ ਦੇ, ਜੀ ਔਰ ਨੰਬਰ ਦੇ ਹਿਸਾਬ ਨਾਲ ਸਮਾਨ ਮਿਲਦਾ। ਜੀ ਨੰਬਰ ਦੇ ਹਿਸਾਬ ਨਾਲ ਸਮਾਨ ਮਿਲਦਾ ਵੀ ਇਸ ਸੀਰੀਜ਼ ਦਾ ਨੋਟ ਲੈ ਕੇ ਜਿਹੜਾ ਬੰਦਾ ਆਊਗਾ 2 ਰੁਪਏ ਵਾਲੇ ਨੂੰ 200 ਸਮਝਿਆ ਜਾਵੇ, ਜੀ ਵੀ ਜੇ 10 ਵਾਲਾ ਨੋਟ ਲੈ ਕੇ ਆਊਗਾ ਇਸ ਸੀਰੀਜ਼ ਦਾ ਤੇ 10 ਵਾਲੇ ਨੂੰ 1000 ਸਮਝਿਆ ਜਾਵੇ। ਜੀ ਇਸ ਤਰੀਕੇ ਦੇ ਗੈਰ ਕਾਨੂੰਨੀ ਪ੍ਰਚਾਰ ਵੀ ਹੁੰਦੇ ਨੇ ਚੋਣਾਂ 'ਚ। ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਦੂਰ ਹੋਣੀਆਂ ਚਾਹੀਦੀਆਂ ਨੇ। ਭਾਰਤੀ ਚੋਣ ਕਮਿਸ਼ਨ ਨੂੰ ਹੱਦ ਘਟਾਉਣੀ ਚਾਹੀਦੀ ਸੀ। ਬਿਲਕੁਲ ਤਰਕ ਆ ਦਿੱਤਾ ਗਿਆ ਕਿ ਮਹਿੰਗਾਈ ਵੱਧ ਰਹੀ ਹੈ, ਮਹਿੰਗਾਈ ਕਰਕੇ ਚੋਣ ਪ੍ਰਚਾਰ ਮਹਿੰਗਾ ਹੋ ਗਿਆ, ਜੀ ਜਦਕਿ ਚਾਹੀਦਾ ਇਹ ਸੀ ਕਿ ਆ 70,000 ਵਾਲੀ ਸ਼ਰਤ, 70 ਲੱਖ ਵਾਲੀ ਸ਼ਰਤ 10 ਲੱਖ ਤੇ ਲਿਆਉਂਦੇ। ਜੀ ਆ ਵਿਧਾਨ ਸਭਾ ਦੀ ਜਿਹੜੀ ਚੋਣ ਹੈ ਇਹ 28 ਲੱਖ 30 ਲੱਖ ਵਾਲੀ 5 ਲੱਖ ਤੇ ਲਿਆਉਂਦੇ ਘੱਟੋ ਘੱਟ। ਜੀ 10 ਲੱਖ ਵੀ ਹਾਲਾਂਕਿ ਜ਼ਿਆਦਾ ਹੈ, ਪਰ ਚਲੋ ਇੱਕੋ ਦਮ ਝਟਕਾ ਨਾ ਦਿੰਦਾ ਚੋਣ ਕਮਿਸ਼ਨ। 10 ਲੱਖ 5 ਲੱਖ ਇੰਨਾ ਕੁ ਤਾਂ ਸੀ, ਜਥੇਬੰਦੀਆਂ ਮਿਲ ਕੇ ਵੀ ਚੋਣ ਲੜ ਸਕਦੀਆਂ ਸੀ। ਪਰ ਇਹ ਬਹੁਤ ਖਰਚੀਲੀ ਹੋਈ ਜਾਂਦੀ ਹੈ ਸਾਡੀ ਚੋਣ, ਜੀ ਇਹ ਬਹੁਤ ਖਰਚੀਲੀ ਹੋਈ ਜਾਂਦੀ ਹੈ ਚੋਣ। ਜੀ ਬਿਲਕੁਲ। ਸੋ ਗੱਲ ਡੱਲਰ ਸਾਹਿਬ, ਜੇ ਪੰਜਾਬ ਦੀ ਸਰਪੰਚੀ ਦੀ ਇਲੈਕਸ਼ਨ ਦੀ ਹੋਵੇ ਉੱਥੇ ਵੀ ਬਹੁਤ ਮੋਟਾ ਰੁਪਈਆ ਕਹਿੰਦੇ ਪੰਜਾਬ 'ਚ ਵੀ ਖਰਚਿਆ ਜਾਂਦਾ। ਤੇ ਨਾਲ ਹੀ ਡੱਲਰ ਜੀ ਇੱਕ ਮਹਾਮਾਰੀ ਦੇ ਦੂਜੇ ਵੇਗ ਦੀਆਂ ਚਰਚਾਵਾਂ ਬਹੁਤ ਹੋ ਗਈਆਂ ਇਸ ਨੂੰ ਲੈ ਕੇ, ਫਿਰ ਜਿਹੜਾ ਸਖਤਾਈਆਂ ਹੁੰਦੀਆਂ ਜਾ ਰਹੀਆਂ ਨੇ। ਬੇਸ਼ੱਕ ਭਾਰਤ ਦੀ ਗੱਲ ਕਰੀਏ ਤਾਂ 31 ਦਸੰਬਰ ਤੱਕ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਯੂਕੇ ਵੱਲ ਜਾਣ ਵਾਲੀਆਂ। ਇਸ ਵੇਗ ਨੂੰ ਦੂਜੇ ਨੂੰ ਕਿੱਦਾਂ ਵੇਖ ਰਹੇ ਨੇ? ਦੇਖੋ ਮੈਨੂੰ ਇਹ ਲੱਗਦਾ ਹੈ ਕਿ ਇਹ ਸਮੇਂ ਸਿਰ ਲਿਆ ਗਿਆ ਚੰਗਾ ਕਦਮ ਹੈ, ਜੀ ਕਿਉਂਕਿ ਪਹਿਲਾਂ ਵੀ ਜਦੋਂ ਭਾਰਤ ਦੇ ਵਿੱਚ ਇਹ ਮਹਾਮਾਰੀ ਦਾਖਲ ਹੋਈ ਅਸੀਂ ਲੇਟ ਹੋ ਗਏ। ਅਗਰ ਅਸੀਂ ਵਕਤ ਤੋਂ ਪਹਿਲਾਂ ਹਵਾਈ ਜਹਾਜ਼ਾਂ ਦੀਆਂ ਉਡਾਣਾਂ ਬੰਦ ਕਰ ਦਿੰਦੇ, ਦੂਸਰੇ ਮੁਲਕਾਂ ਤੋਂ ਲੋਕਾਂ ਦੀ ਆਮਦ ਬੰਦ ਕਰ ਦਿੰਦੇ, ਜੀ ਤਾਂ ਅਸੀਂ ਇੰਨੀ ਵੱਡੀ ਗਿਣਤੀ 'ਚ ਆਪਣੇ ਕੀਮਤੀ ਲੋਕ ਨਾ ਗਵਾਉਂਦੇ। ਜੀ ਇੰਨੀ ਵੱਡੀ ਗਿਣਤੀ 'ਚ ਲੋਕ ਹਸਪਤਾਲਾਂ 'ਚ ਰਹੇ, ਕਿੰਨਾ ਅਸੀਂ ਮਾੜਾ ਸਮਾਂ ਦੇਖਿਆ, ਵਪਾਰ ਕਾਰੋਬਾਰ ਤਬਾਹ ਹੋ ਗਏ, ਲੋਕਾਂ ਨੂੰ ਤੁਰ ਤੁਰ ਕੇ ਸੈਂਕੜੇ ਕਿਲੋਮੀਟਰ ਆਪਣੇ ਘਰਾਂ ਨੂੰ ਜਾਣਾ ਪਿਆ। ਕਈ ਲੋਕ ਭੁੱਖੇ ਸੌਏ, ਹਾਲਾਂਕਿ ਬਹੁਤ ਲੋਕਾਂ ਨੇ ਸੇਵਾ ਵੀ ਕੀਤੀ, ਪਰ ਹਰ ਕਿਸੇ ਨੂੰ ਹਰ ਰੋਜ਼ ਦਾ ਭੋਜਨ ਨਹੀਂ ਮਿਲਿਆ। ਕੰਮਕਾਰ ਲੋਕਾਂ ਦੇ ਤਬਾਹ ਹੋ ਗਏ। ਬਹੁਤ ਸਾਰੇ ਲੋਕ ਨੇ ਜਿਹੜੇ ਹਾਲੇ ਤੱਕ ਵੀ ਉਸ ਮੰਦਹਾਲੀ ਦੇ ਦੌਰ 'ਚੋਂ ਬਾਹਰ ਨਹੀਂ ਆਏ। ਫੈਕਟਰੀਆਂ ਕਈ ਆਰਥਿਕ ਮੰਦੀ 'ਚ ਆ ਗਈਆਂ। ਸੋ ਇਸ ਕਰਕੇ ਹੁਣ ਜੇ ਕਿਸੇ ਖਦਸ਼ੇ ਦੇ ਮੱਦੇਨਜ਼ਰ ਹਵਾਈ ਜਹਾਜ਼ ਬੰਦ ਕਰਤੇ ਯੂਕੇ ਦੇ, ਮੈਨੂੰ ਲੱਗਦਾ ਕੋਈ ਗੱਲ ਨਹੀਂ, 10-15 ਦਿਨਾਂ 'ਚ ਸਥਿਤੀ ਸਪਸ਼ਟ ਹੋ ਜੂਗੀ। ਜੇ 10-15 ਦਿਨ ਜਹਾਜ਼ ਨਹੀਂ ਉੱਡਣਗੇ ਤੇ ਪੰਜਾਬੀ ਕਿਹੜਾ ਇੰਗਲੈਂਡ ਨਹੀਂ ਜਾਣਗੇ ਭਵਿੱਖ 'ਚ, ਹੈ ਜੀ। ਜੇ ਤਾਰਾ ਲਾਹੌਰ ਜਾ ਸਕਦਾ ਹੈ, ਪੰਜਾਬੀ ਨੂੰ ਯੂਕੇ ਜਾਣ ਤੋਂ ਕੌਣ ਰੋਕੂ ਗਗਨ? ਜੀ ਸੋ ਇਸ ਕਰਕੇ ਥੋੜਾ ਸਮਾਂ ਸੰਜਮ ਵਰਤ ਲੈਣਾ ਚਾਹੀਦਾ ਹੈ। ਸੋ ਇਹਦੇ 'ਚ ਕੋਈ ਬੁਰਾਈ ਵਾਲੀ ਗੱਲ ਨਹੀਂ, ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਮਾਹੌਲ ਸੁਖਾਵਾਂ ਹੋਵੇ। ਦੇਖੋ ਆਸਟ੍ਰੇਲੀਆ ਵਰਗਾ ਮੁਲਕ ਦੇਖੋ, ਉੱਥੇ ਕ੍ਰਿਕਟ ਦੇ ਮੈਚ ਹੋ ਰਹੇ ਨੇ। ਆਪਣੇ ਕੋਹਲੀ ਹੋਣੀ ਸਾਰੇ ਗਏ ਹੋਏ ਨੇ, ਹਾਲਾਂਕਿ ਪਹਿਲਾ ਟੈਸਟ ਮੈਚ ਤਾਂ ਹਾਰ ਗਏ, ਦੂਸਰੀ ਇਨਿੰਗ 'ਚ 36 ਤੇ ਹੀ ਆਊਟ ਹੋ ਗਏ ਸੀ। ਮੈਂ ਟੈਲੀਵਿਜ਼ਨ ਖੋਲਿਆ ਤੇ ਪਤਾ ਲੱਗਿਆ ਮੈਚ ਖਤਮ ਹੋ ਚੁੱਕਿਆ, ਮੈਂ ਬੜਾ ਹੈਰਾਨ। ਸੋ ਮੈਂ ਸੋਚਿਆ ਕਿ ਮੀਂਹ ਮੂੰਹ ਪੈ ਗਿਆ ਹੋਣਾ ਗਗਨ, ਤੇ ਜਦੋਂ ਮੈਂ ਟੀਵੀ ਲਾਇਆ ਤੇ ਮੈਚ ਚੱਲ ਨਹੀਂ ਸੀ ਰਿਹਾ। ਜੀ ਬਾਅਦ ਵਿੱਚ ਪਤਾ ਲੱਗਿਆ 36 ਰਨ ਤੇ ਆਲ ਆਊਟ ਹੋ ਗਈ ਇੰਡੀਆ ਦੀ ਟੀਮ। ਪਰ ਚੰਗੀ ਗੱਲ ਕੀ ਸੀ ਕਿ ਆਸਟ੍ਰੇਲੀਆ ਦੇ ਮੈਦਾਨ ਭਰੇ ਹੋਏ ਸੀ, ਲੋਕ ਬੈਠੇ ਸੀ, ਭਾਵੇਂ ਦੂਰ ਦੂਰ ਬੈਠੇ ਸੀ, ਪਰ ਲੋਕ ਬੈਠੇ ਸੀ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇੱਕ ਵੀ ਪੋਜ਼ਿਟਿਵ ਕੇਸ ਨਹੀਂ। ਜੀ ਦੇਖੋ ਦੁਨੀਆ ਦਾ ਉਹ ਮੁਲਕ ਆਸਟ੍ਰੇਲੀਆ ਚਾਨਣ ਮਨਾਰਾ ਬਣ ਗਿਆ, ਪੂਰੀ ਦੁਨੀਆ 'ਚ ਕੇਸ ਨੇ। ਅਸੀਂ ਥਾਲੀਆਂ ਵੀ ਖੜਕਾਈਆਂ, ਜੀ ਪਰ ਅਸੀਂ ਲੇਟ ਖੜਕਾਈਆਂ। ਅਗਰ ਅਸੀਂ ਹਵਾਈ ਜਹਾਜ਼ਾਂ ਦੇ ਅੱਡੇ, ਹਵਾਈ ਜਹਾਜ਼ ਬੰਦ ਕਰਕੇ ਪਹਿਲਾਂ ਹੀ ਆਮਦ ਰੋਕ ਦਿੰਦੇ ਜੀ ਤੇ ਅੱਜ ਅਸੀਂ ਵੀ ਕ੍ਰਿਕਟ ਮੈਚ ਦੇਖ ਰਹੇ ਹੁੰਦੇ, ਸਟੇਡੀਅਮ 'ਚ ਬੈਠੇ ਲੋਕ ਸਾਡੇ ਫੁੱਟਬਾਲ ਹਾਕੀ ਖੇਡ ਰਹੇ ਹੁੰਦੇ। ਅਸੀਂ ਕੱਲੀਆਂ ਥਾਲੀਆਂ ਵਜਾਈਆਂ, ਲੇਟ ਵਜਾਈਆਂ, ਮਤਲਬ ਕਿ ਵਜਾਉਣ ਦੀ ਲੋੜ ਹੀ ਨਹੀਂ ਸੀ ਪੈਣੀ ਥਾਲੀਆਂ। ਜੀ ਸੋ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਇੱਕ ਵੀ ਕੇਸ ਨਹੀਂ ਹੈ। ਕਿੱਡੀ ਵੱਡੀ ਜਿੱਤ ਹੈ ਆਸਟ੍ਰੇਲੀਆ ਵਰਗੇ ਮੁਲਕ ਦੀ। ਸੋ ਖੁਸ਼ੀਆਂ ਮਨਾ ਰਹੇ। ਬਿਲਕੁਲ। ਆਸਟ੍ਰੇਲੀਆ ਨਵਾਂ ਸਾਲ ਵੀ ਉਹੀ ਮਨਾਊਗਾ, ਸਾਡਾ ਕਾਹਦਾ ਨਵਾਂ ਸਾਲ? ਜੀ। ਇੰਨੀ ਵੱਡੀ ਦੁਨੀਆ, ਐਡੀ ਵੱਡੀ ਗਿਣਤੀ 'ਚ ਸਾਡੇ ਲੋਕ ਦੁਨੀਆ ਤੋਂ ਚਲੇ ਗਏ, ਸਾਡਾ ਕਾਹਦਾ ਨਵਾਂ ਸਾਲ? ਸਾਡੀ ਤਾਂ ਦੀਵਾਲੀ ਵੀ ਨਹੀਂ ਸੀ ਐਤਕੀ। ਜੀ ਸੋ ਇਸ ਕਰਕੇ ਇਹ ਜੇ ਕੁਝ ਦਿਨ ਹਵਾਈ ਜਹਾਜ਼ ਬੰਦ ਰਹਿ ਜਾਣਗੇ ਤਾਂ ਕੋਈ ਨੁਕਸਾਨ ਨਹੀਂ ਕਰੇਗਾ। ਜੀ
ਸੋ ਬਿਲਕੁਲ ਜ਼ਰੂਰੀ ਹੈ ਕਿ ਸਾਰੇ ਜੋ ਸਰਕਾਰ ਦੇ ਵੱਲੋਂ ਹਦਾਇਤਾਂ ਬੇਸ਼ੱਕ ਮਾਸਕ ਦੀ ਹੋਵੇ, ਸੋਸ਼ਲ ਡਿਸਟੈਂਸਿੰਗ ਦੀ ਹੋਵੇ, ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ ਕਿ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰੀਏ ਤਾਂ ਜੋ ਇਸ ਬਿਮਾਰੀ ਤੇ ਦੂਜੇ ਵੇਗ ਨੂੰ ਨਾ ਚੱਲਣ ਦਿੱਤਾ ਜਾਵੇ ਤੇ ਇੱਥੇ ਹੀ ਰੋਕ ਲਿਆ ਜਾਵੇ। ਸੋ ਨਾਲ ਡੱਲਾ ਸਾਹਿਬ ਹੁਣ ਤੁਹਾਡੇ ਸਾਰੇ ਇਜਾਜ਼ਤ ਲਈਏ ਤੇ ਉਮੀਦ ਕਰਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੀਟਿੰਗ ਹੁੰਦੀ ਹੈ ਤੇ ਕਿਸਾਨਾਂ ਦੇ ਨਾਲ ਕੋਈ ਸਾਰਥਕ ਫੈਸਲਾ ਲੈ ਕੇ ਕੇਂਦਰੀ ਮੰਤਰੀ ਵੀ ਬਾਹਰ ਆਉਣ ਤੇ ਅਸੀਂ ਵੀ ਕੋਈ ਚੰਗੀ ਖਬਰ ਸੁਣਾ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕਰ ਸਕੀਏ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ।